बिस्मिल्लाहिर्रहमानिर्रहीम। नाजरीन, ਅੱਜ ਮੈਂ ਉਹ ਹਿਸਟਰੀ ਲੈ ਕੇ ਆਇਆ ਜਿਹੜੀ ਤੁਹਾਨੂੰ ਬੜੇ ਬੜੇ ਪੁਰਾਣੇ ਲੋਕਾਂ ਨੂੰ ਪਤਾ ਹੈ ਤੇ ਨਈ ਜਨਰੇਸ਼ਨ ਜਿਹੜੀ ਆਈ ਹੈ ਉਹਨਾਂ ਨੂੰ ਸ਼ਾਇਦ ਕੋਈ ਪਤਾ ਨਹੀਂ ਕਿ ਬਾਬਾ ਜੀ ਗੁਰੂ ਨਾਨਕ ਕਿਹੜੀ ਜਗ੍ਹਾ ਤੇ ਵਿਸਾਲ ਫਰਮਾਇਆ, ਕਿਹੜੀ ਜਗ੍ਹਾ ਤੋਂ ਆਏ ਔਰ ਇਹ ਕਿਹੜੀ ਜਗ੍ਹਾ ਤੇ ਰਹਿੰਦੇ ਨੇ। ਮੈਂ ਨਾਜ਼ਰੀਨ ਅੱਜ ਦੇ ਵਲੌਗ ਦੇ ਵਿੱਚ ਬਾਬਾ ਜੀ ਗੁਰੂ ਨਾਨਕ ਸਾਹਿਬ ਦਾ ਜਦੋਂ ਵਿਸਾਲ ਹੋ ਗਿਆ, ਦੁਨੀਆ ਤੋਂ ਚਲੇ ਗਏ ਤੇ ਸਿੱਖ ਤੇ ਹਿੰਦੂਆਂ ਦਾ ਮੁਸਲਮਾਨਾਂ ਦਾ ਫੱਡਾ ਵੀ ਪੈ ਗਿਆ ਸੀ। ਉਹਨਾਂ ਨੇ ਆਖਿਆ ਕਿ ਜੀ ਅਸੀਂ ਤਾਂ ਫਲਾਣਾ, ਮੁਸਲਮਾਨਾਂ ਨੇ ਕਿਹਾ ਤੇ ਸਿੱਖਾਂ ਹਿੰਦੂਆਂ ਨੇ ਆਖਿਆ ਕਿ ਅਸੀਂ ਜਲਾਣਾ ਹੈ ਜੀ। ਇਹ ਜਦੋਂ ਫੱਡਾ ਪੈ ਗਿਆ ਤਾਂ ਬਾਬਾ ਜੀ ਦੀ ਮਈਤ ਕਿੱਥੇ ਚਲੇ ਗਈ ਸੀ, ਅੱਜ ਦੇ ਵਿਲਾਗ ਦੇ ਵਿੱਚ ਐਂਡ ਤੇ ਤੁਹਾਨੂੰ ਮੈਂ ਦੱਸਾਂਗਾ। ਇਹ ਮੁਕੰਮਲ ਜਿਹੜਾ ਮੇਰਾ ਵਿਲਾਗ ਤੁਸੀਂ ਸੁਣਿਆ। ਲਓ ਜੀ, ਹੁਣ ਤੁਹਾਨੂੰ ਜਿਹੜੀ ਤਫਸੀਲ ਹੈ ਬਾਬਾ ਗੁਰੂ ਨਾਨਕ ਸਿੱਖਾਂ ਦੇ ਰੂਹਾਨੀ ਪੀਰੋ ਪੇਸ਼ਵਾ ਸ਼ੇਖੂਪੁਰਾ ਦੇ ਇੱਕ ਇਲਾਕੇ ਤਲਵੰਡੀ ਗਾਉਂ 15 ਅਪ੍ਰੈਲ 1469 ਦੇ ਵਿੱਚ ਪੈਦਾ ਹੋਏ। ਇਹਨਾਂ ਦੇ ਵਾਲਿਦ ਦਾ ਨਾਮ ਕਾਲੂ ਰਾਮ ਬੇਬੀ ਹਿੰਦੂ ਖਾਨਦਾਨ ਸੇ ਇਹਨਾਂ ਦਾ ਤਾਲਕ ਸੀ। ਉਹਦੇ ਉਸ ਹਿੰਦੂ ਖਾਨਦਾਨ ਨਾਲ ਇਹ ਤਾਲਕ ਰੱਖਦੇ ਸੀ। ਉਹਨਾਂ ਨੇ ਆਪਣੇ ਬੇਟੇ ਨੂੰ ਬਾਬੇ ਗੁਰੂ ਨਾਨਕ ਨੂੰ ਤਾਲੀਮ ਵਾਸਤੇ ਮੁਸਲਮਾਨਾਂ ਦੇ ਇੱਕ ਅੱਛੇ ਉਸਤਾਦ ਸੈयद ਹਸਨ ਦੇ ਪਾਸ ਪੜ੍ਹਾਈ ਵਾਸਤੇ ਛੋੜ ਕੇ ਆਏ। ਬਚਪਨ ਦੇ ਵਿੱਚ ਹੀ ਬਾਬਾ ਜੀ ਦੀ ਦੋਸਤੀ ਇੱਕ ਮੁਸਲਮਾਨ ਉਸਤਾਦ ਦਾ ਮਰਾਸੀ ਸੀ, ਉਹਦਾ ਨਾਮ ਸੀ ਮਰਦਾਨਾ। ਉਹਦੇ ਨਾਲ ਬੇਹੱਦ ਬਾਬਾ ਜੀ ਦੀ ਦੋਸਤੀ ਸੀ ਤੇ ਬਾਬਾ ਜੀ ਦੀ ਜਿਹੜੀ ਸ਼ਾਦੀ ਹੈ 16 ਸਾਲ ਦੀ ਉਮਰ ਦੇ ਵਿੱਚ ਬੀਬੀ ਸੁਲੱਖਣੀ ਦੇ ਨਾਲ ਕਰਾ ਦਿੱਤੀ ਗਈ ਹੈ। ਬਾਬਾ ਜੀ ਦੇ ਬਾਤਨ ਦੇ ਵਿੱਚੋਂ ਇਹਨਾਂ ਦੇ 2 ਬੇਟੇ ਸਨ। ਬਾਬਾ ਜੀ ਦੇ ਜਿਹੜਾ ਇੱਕ ਹੋਰ ਵੀ ਬੜਾ ਅੱਛਾ ਦਰੀਨਾ ਦੋਸਤ ਸੀ, ਉਹਦਾ ਨਾਮ ਸੀ ਮਾਲਾ ਜੀ। ਇਹ ਬਾਬਾ ਜੀ ਦੇ ਜਿਹੜੇ 2 ਦੋਸਤ ਨੇ ਮਰਦਾਨਾ ਤੇ ਮਾਲਾ ਜੀ, ਇਹ ਬਾਬਾ ਜੀ ਦੀ ਜਿੱਥੇ ਜਿੱਥੇ ਜਾਂਦੇ ਸਨ, ਜਿੱਥੇ ਜਿੱਥੇ ਆਪਣਾ ਇਹਨਾਂ ਦਾ ਪੜਾਅ ਹੁੰਦਾ ਸੀ ਜਾਂ ਜਿਹੜੀ ਜਗ੍ਹਾ ਤੇ ਵੀ ਇਹਨਾਂ ਨੇ ਜਾਣਾ, ਇਹ ਦੋਨੋਂ ਦੋਸਤ ਇਹ ਬਾਬਾ ਜੀ ਦੇ ਜਿਗਰੀ ਦੋਸਤ ਸਨ। ਬਾਬਾ ਜੀ ਦੇ ਨਾਲ ਇਹ ਹੁੰਦੇ ਸਨ। ਨਾਜ਼ਰੀਨ, ਬਾਬਾ ਜੀ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹ ਇਸ ਤਰ੍ਹਾਂ ਵੀ ਕੀਤਾ ਹੈ। ਬਾਬਾ ਜੀ ਜਿਹੜੇ ਨੇ ਨਾ ਪੱਟੀ ਖਾਨਦਾਨ, ਰਾਏ ਬਲਾੜ ਪੱਟੀ ਸਾਨੂੰ ਲੋਧੀ ਖਾਨਦਾਨ ਹੈ, ਉਹਨਾਂ ਦੇ ਕੋਲ ਮੁਲਾਜ਼ਮਤ ਕੀਤੀ ਹੈ ਜੀ। ਜਦੋਂ ਮੁਲਾਜ਼ਮਤ ਕਰ ਰਹੇ ਸਨ, ਉਥੋਂ ਬਾਬਾ ਜੀ ਦੇ ਕਿਸੇ ਆਦਮੀ ਨੇ ਜਾ ਕੇ ਉਹਨਾਂ ਦੇ ਪੱਟੀ ਸਾਹਿਬ ਦੇ ਕੰਨ ਭਰ ਦਿੱਤੇ। ਕੰਨ ਇਹ ਭਰ ਦਿੱਤੇ ਬਾਬਾ ਜੀ ਦੇ ਖਿਲਾਫ ਕਿ ਬਾਬਾ ਜੀ ਜਿਹੜਾ ਨਾ ਤੁਹਾਡੀ ਅਜਨਾਸ ਜਿਹੜੀ ਹੈ ਖੁਰਦ-ਬੁਰਦ ਕਰਦੇ ਨੇ। ਉਹ ਪੱਟੀ ਸਾਹਿਬ ਨੇ ਆਖਿਆ ਕਿ ਚਲੋ ਜਾ ਕੇ ਦੇਖਦੇ ਹਾਂ। ਜਦੋਂ ਬਾਬਾ ਜੀ ਦੇ ਕੋਲ ਜਾ ਕੇ ਦੇਖਿਆ, ਕੋਈ ਜਿਹੜੀ ਹੈ ਅਜਨਾਸ ਨਾ ਇੱਧਰ ਹੋਈ ਨਾ ਉੱਧਰ ਹੋਈ, ਨਾ ਖੁਰਦ-ਬੁਰਦ ਹੋਈ, ਅਜਨਾਸ ਪੂਰੀ ਦੀ ਪੂਰੀ। ਜਦੋਂ ਇਹ ਚੀਜ਼ ਦੇਖਦੇ ਨੇ, ਬਾਬਾ ਜੀ ਨੇ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ। ਬਾਬਾ ਜੀ ਨੇ ਉੱਥੋਂ ਨੌਕਰੀ ਛੱਡ ਕੇ ਆਪਣੇ ਸਫ਼ਰ ਦਾ ਆਗਾਜ਼ ਕੀਤਾ। ਬਾਬਾ ਜੀ ਸ੍ਰੀਲੰਕਾ ਗਏ। ਸ੍ਰੀਲੰਕਾ ਤੋਂ ਬਾਅਦ ਬਗਦਾਦ ਗਏ। ਬਗਦਾਦ ਤੋਂ ਬਾਅਦ ईरान गए, मशहद गए और उस तो बाद हज करने वास्ते सऊदी अरेबिया भी चले गए। 2 साल यानी कि सऊदीया रहे ने। कदी हजूर दी ज़ियारत खाने, कदी अल्लाह पाक दे घर दे ज़ियारत खाने। मैं तुहानूं एक बड़ी खूबसूरत गल सुणावांगा। बाबा जी जिहड़े ने अल्लाह पाक दे घर दे विच इबादत करके लत्तां लंबियां करके लेटे हुए सन। एक मौलवी आ जाता है, वो कहता जी बाबा जी तुहानूं नज़र नहीं आंदा, ये तुसीं जिहड़ियां ने तंगां जिहड़ियां ने अल्लाह पाक दे घर नूं कीतियां ने। बाबा जी फरमांदे ने, भलिया मैनूं तू ये गल दस
ਉਹ ਮੈਨੂੰ ਜਗ੍ਹਾ ਦੱਸ ਜਿੱਥੇ ਅੱਲਾਹ ਪਾਕ ਨਹੀਂ ਮੌਜੂਦ ਹੈਗੇ। ਉਹ ਮੈਨੂੰ ਜਗ੍ਹਾ ਦੱਸ, ਮੈਂ ਟੰਗਾ ਉਧਰ ਨੂੰ ਕਰ ਲੈਣਾ ਜਿੱਥੇ ਮੇਰਾ ਰੱਬ ਨਹੀਂ ਮੌਜੂਦ, ਜਿੱਥੇ ਮੇਰਾ ਰਸੂਲ ਨਹੀਂ ਮੌਜੂਦ। ਉਹ ਬੰਦਾ ਲਾਜਵਾਬ ਹੋ ਜਾਂਦਾ। ਇਹ ਬਾਬਾ ਜੀ ਦੀਆਂ ਬੇਹੱਦ ਜਿਹੜੀਆਂ ਨੇ ਕਰਮਾਤਾਂ ਨੇ ਜੀ। ਬਾਬਾ ਜੀ ਨੇ ਜਿਹੜਾ ਉੱਥੋਂ ਸਫ਼ਰ ਕਰਕੇ ਫਿਰ ਜਿਹੜਾ ਸਫ਼ਰ ਇੱਧਰ ਕੀਤਾ, ਮੁਖਤਲਿਫ ਪਾਕਪਤਨ ਸ਼ਰੀਫ, ਬਾਬਾ ਫਰੀਦ, ਉਸ ਤੋਂ ਬਾਅਦ ਗੰਜ ਸ਼ਕਰ, ਦਾਦਾ ਦਰਬਾਰ, ਮੁਖਤਲਿਫ ਜ਼ਿਆਰਤਾਂ ਦੇ ਗਏ। ਉੱਥੇ ਜਾ ਕੇ ਬਾਬਾ ਜੀ ਨੇ 40-40 ਦਿਨ ਦੇ ਚਿਲੇ ਵੀ ਕੱਟੇ ਨੇ। ਬਾਬਾ ਜੀ ਕਰਤਾਰਪੁਰ ਉੱਥੇ ਜਿਹੜੀ ਹੈ ਆਪਣਾ ਜਿਹੜਾ ਹੈ ਇਬਾਦਤ ਉੱਥੇ ਕਰਦੇ ਸਨ। ਉਹਨਾਂ ਦੇ ਫਾਲੋਵਰ ਕਰਤਾਰਪੁਰ ਹੀ ਆਉਂਦੇ ਸੀ। ਉਹਨਾਂ ਦੇ ਫਾਲੋਵਰਾਂ ਨੇ ਇੱਕ ਜਗ੍ਹਾ ਦਾ ਟੁਕੜਾ ਲੈ ਕੇ ਬਾਬਾ ਜੀ ਨੂੰ ਉੱਥੇ ਦਿੱਤਾ। ਬਾਬਾ ਜੀ ਨੇ ਉੱਥੇ ਗਾਉਂ ਜਿਹੜਾ ਹੈ ਆਬਾਦ ਕਰ ਦਿੱਤਾ। ਉੱਥੇ ਇੱਕ ਮਸਜਿਦ ਵੀ ਬਣਵਾਈ ਔਰ ਉੱਥੇ ਜ਼ਿਆਦਾ ਜਿਹੜਾ ਹੈ ਬਾਬਾ ਜੀ ਦਾ ਹੁਣ ਜਦੋਂ ਚਲੇ ਗਏ ਦੁਨੀਆ ਤੋਂ, ਉੱਥੇ ਅੱਜ ਕਰਤਾਰਪੁਰ ਦਰਬਾਰ ਵੀ ਮੌਜੂਦ ਹੈ। ਬਾਬਾ ਜੀ ਦੀ ਇੱਕ ਹੋਰ ਤੁਹਾਨੂੰ ਮੈਂ ਕਰਮਾਤ ਦੱਸਦਾ ਜੀ। ਬਾਬਾ ਜੀ ਜਿਹੜੇ ਨੇ ਹਸਨ ਅਬਦਾਲ ਚਲੇ ਜਾਂਦੇ ਨੇ। ਉੱਤੇ ਪਹਾੜ ਦੇ ਉੱਤੇ ਇੱਕ ਆਦਮੀ ਨਮਾਜ਼ ਪੜ੍ਹ ਕੇ ਜ਼ਿਕਰ ਤੇ ਫਿਕਰ ਕਰ ਰਿਹਾ ਸੀ, ਇਬਾਦਤ ਆਪਣੇ ਅੱਲਾ ਦੀ ਕਰ ਰਿਹਾ ਸੀ। ਬਾਬਾ ਜੀ ਨੇ ਉਹਨਾਂ ਨੂੰ ਪੈਗਾਮ ਭੇਜਿਆ, ਯਾਨੀ ਕਿ ਪਾਣੀ ਚਾਹੀਦਾ। ਉਹਨਾਂ ਨੇ ਆਖਿਆ ਇਹ ਬੰਦਾ ਨਾ ਨਮਾਜ਼ ਪੜ੍ਹਨ ਦਿਆ ਨਾ ਕੁਛ, ਇਹਨੂੰ ਪਾਣੀ ਕਿਉਂ ਦਿਆ। ਉਹਨੇ ਉੱਥੋਂ ਪੱਥਰ ਯਾਨੀ ਕਿ ਉੱਤੋਂ ਉਚਾਈ ਤੋਂ ਸੁੱਟਿਆ। ਬਾਬਾ ਜੀ ਨੇ ਐ ਕਰਕੇ ਰੋਕ ਦਿੱਤਾ। ਜਦੋਂ ਰੋਕ ਦਿੱਤਾ ਉੱਥੇ ਪਾਣੀ ਵੀ ਮਿਲ ਗਿਆ, ਯਾਨੀ ਕਿ ਪਾਣੀ ਵੀ ਉੱਥੇ ਮੁਹੱਈਆ ਹੋ ਗਿਆ। ਯਾਨੀ ਕਿ ਉੱਥੇ ਕੂਆਂ ਇੱਕ ਪਾਣੀ ਦਾ ਜਿਹੜਾ ਮਿਲ ਗਿਆ, ਪਾਣੀ ਮਿਲ ਗਿਆ ਉਹਨਾਂ ਨੂੰ। ਲੇਕਿਨ ਅੱਜ ਉੱਥੇ ਸਿੱਖ ਹਜ਼ਰਾਤ ਬਾਬਾ ਜੀ ਗੁਰੂ ਨਾਨਕ ਦੇ ਜਿਹੜੇ ਫਾਲੋਵਰ ਹੈਗੇ ਨੇ ਸਿੱਖ, ਅੱਜ ਵੀ ਪੰਜਾ ਸਾਹਿਬ ਉੱਥੇ ਆਉਂਦੇ ਨੇ। ਉਹਨਾਂ ਨੂੰ ਉੱਥੇ ਇੱਕ ਜ਼ਿਆਰਤ ਬਣਾ ਦਿੱਤੀ ਗਈ ਹੈ, ਉਹਦਾ ਨਾਮ ਹੈ ਹਸਨ ਅਬਦਾਲ ਪੰਜਾ ਸਾਹਿਬ। ਸਿੱਖ ਕਰਤਾਰਪੁਰ ਬਾਬਾ ਜੀ ਦੀ ਤੇ ਜਨਮ ਭੂਮੀ ਹੈ, ਉੱਥੇ ਆਉਂਦੇ ਨੇ ਦਰਬਾਰ ਸ਼ਰੀਫ ਤੇ। ਉਸ ਤੋਂ ਬਾਅਦ ਪੰਜਾ ਸਾਹਿਬ ਜਾਂਦੇ ਨੇ। ਫਿਰ ਜਿੱਥੇ ਬਾਬਾ ਜੀ ਨੇ ਟਾਈਮ ਗੁਜ਼ਾਰਿਆ, ਬਾਬਾ ਗੁਰੂ ਨਾਨਕ ਸਾਹਿਬ ਨੇ ਨਨਕਾਣਾ ਸਾਹਿਬ, ਉੱਥੇ ਜ਼ਿਆਦਾ ਟਾਈਮ ਦਿੱਤਾ। ਅੱਜ ਸਿੱਖ ਉੱਥੇ ਆ ਕੇ ਬਾਬਾ ਜੀ ਦੀ ਜ਼ਿਆਰਤ ਕਰਦੇ ਨੇ। ਬਾਬਾ ਜੀ ਦੇ ਫਾਲੋਵਰ ਜਿਹੜੇ ਨੇ ਬਾਬਾ ਗੁਰੂ ਨਾਨਕ ਸਾਹਿਬ ਦੇ ਲੱਖਾਂ ਤੇ ਕਰੋੜਾਂ ਦੇ ਵਿੱਚ ਨੇ। ਜਿਹੜੇ ਸਿੱਖ ਨੇ ਪੂਰੀ ਦੁਨੀਆ ਤੋਂ ਇਹਨਾਂ ਦੀ ਜ਼ਿਆਰਤ ਕਰਨ ਆਉਂਦੇ ਨੇ। ਬਾਬਾ ਜੀ ਇੱਕ ਦਿਨ ਆਪਣੇ ਮਰਦਾਨਾ ਦੇ ਨਾਲ, ਜਿਹੜਾ ਉਹਨਾਂ ਦਾ ਦੋਸਤ ਸੀ, ਇੱਕ ਨਦੀ ਤੇ ਚਲੇ ਜਾਂਦੇ ਨੇ। ਜਦੋਂ ਨਦੀ ਤੇ ਜਾਂਦੇ ਨੇ, ਉੱਥੇ ਜਿਹੜਾ ਹਿੰਦੂ ਲੋਕ ਪਾਣੀ ਦੇ ਨਾਲ ਇਸ਼ਨਾਨ ਕਰ ਰਹੇ ਸਨ। ਉਹ ਮਸ਼ਰਕ ਵੱਲ ਜਿਹੜਾ ਪਾਣੀ ਹੈ ਉਹ ਬਹਾ ਰਹੇ ਸਨ। ਬਾਬਾ ਜੀ ਖੜੇ ਹੋ ਕੇ ਦੇਖਦੇ ਰਹੇ। ਉਹਨਾਂ ਨੇ ਹਿੰਦੂਆਂ ਨੂੰ ਇਹ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ। ਉਹਨਾਂ ਕਿਹਾ ਬਾਬਾ ਜੀ ਜਿਹੜੇ ਸਾਡੇ ਹਿੰਦੂ ਲੋਕ ਮਰ ਜਾਂਦੇ ਨੇ, ਅਸੀਂ ਉਹਨਾਂ ਨੂੰ ਪਾਣੀ ਦੇ ਨਾਲ ਉਹਨਾਂ ਦੀਆਂ ਰੂਹਾਂ ਨੂੰ ਠੰਡਿਆ ਕਰ ਰਹੇ ਹਾਂ। ਭਾਈ ਨੇ ਕਿਹਾ ਅੱਛਾ। ਬਾਬਾ ਜੀ ਵੀ ਜਿਹੜਾ ਹੈ ਪਾਣੀ ਮਗਰਬ ਵਾਲੀ ਤਰਫ ਜਿਹੜਾ ਨਾ ਬਹਾਨ ਲੱਗ ਪਏ। ਜਦੋਂ ਬਹਾਨ ਲੱਗ ਪਏ, ਉਹ ਬੜਾ ਅਜੀਬੋ ਗਰੀਬ ਨਜ਼ਰ ਦੇ ਨਾਲ ਬਾਬਾ ਜੀ ਨੂੰ ਦੇਖਣ ਲੱਗ ਪਏ। ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਕੀ ਕਰ ਰਹੇ ਹੋ। ਉਹਨੇ ਕਿਹਾ ਮੇਰੇ ਪੰਜਾਬ ਦੇ ਵਿੱਚ ਖੇਤ ਨੇ, ਮੈਂ ਉਹਨਾਂ ਨੂੰ ਪਾਣੀ ਦੇ ਰਿਹਾ ਪੰਜਾਬ ਦੇ ਵਿੱਚ। ਉਹਨਾਂ ਨੂੰ ਪਾਣੀ ਦੀ ਜ਼ਰੂਰਤ ਸੀ, ਮੈਂ ਉੱਥੇ ਪਾਣੀ ਲਾ ਰਿਹਾ। ਉਹਨਾਂ ਕਿਹਾ ਬਾਬਾ ਜੀ ਕਿੱਥੇ ਪੰਜਾਬ, ਕਿੱਥੇ ਇਹ ਨਦੀ। ਬਾਬਾ ਜੀ ਨੇ ਅੱਗੋਂ ਜਵਾਬ ਦਿੱਤਾ। ਉਹਨਾਂ ਕਿਹਾ ਕਿ ਕਿੱਥੇ ਤੁਹਾਡੀਆਂ ਜਿਹੜੀਆਂ ਇਹ ਰੂਹਾਂ ਜਿਹੜੀਆਂ ਚਲੇ ਗਈਆਂ, ਤੇ ਤੁਹਾਡਾ ਉੱਥੋਂ ਤੱਕ ਪਾਣੀ ਪਹੁੰਚ ਸਕਦਾ। ਜੇ ਤੁਹਾਡਾ ਉੱਥੋਂ ਤੱਕ ਪਾਣੀ ਪਹੁੰਚ ਸਕਦਾ ਤੇ ਮੇਰਾ ਪਾਣੀ ਵੀ ਇਹ ਪੰਜਾਬ ਦੇ ਵਿੱਚ ਆਪਣੇ ਖੇਤਾਂ ਨੂੰ ਪਹੁੰਚ ਸਕਦਾ।
ਇਸ ਚੀਜ਼ ਦੇ ਨਾਲ ਉਹਨਾਂ ਨੂੰ ਇਹ ਦਲੀਲ ਦਿੱਤੀ। ਬਾਬਾ ਜੀ ਇੱਕ ਨਦੀ ਤੇ ਚਲੇ ਜਾਂਦੇ ਨੇ, 3 ਦਿਨ ਉਸ ਨਦੀ ਦੇ ਵਿੱਚ, ਯਾਨੀ ਕਿ ਜਦੋਂ ਉਤਰਦੇ ਨੇ 3 ਦਿਨ ਜਿਹੜੀ ਕਿ ਨਦੀ ਦੇ ਵਿੱਚ ਨਹੀਂ ਮਿਲਦੇ। ਇਲਾਕੇ ਦੇ ਵਿੱਚ ਹਾਲ ਦਵਾਈ ਪੈ ਜਾਂਦੀ ਹੈ ਕਿ ਬਾਬਾ ਜੀ ਕਿੱਧਰ ਚਲੇ ਗਏ, ਕੋਈ ਕਦੇ ਡੁੱਬ ਗਏ, ਕੋਈ ਕਦੇ ਕਿੱਦਾਂ, ਬਾਬਾ ਜੀ ਜਿਹੜੇ ਨਾ ਪਤਾ ਨਹੀਂ ਕਿੱਥੇ ਚਲੇ ਗਏ ਨੇ। ਲੇਕਿਨ 3 ਦਿਨ ਤੋਂ ਬਾਅਦ ਜਦੋਂ ਨਮੂਦਾਰ ਹੁੰਦੇ ਨੇ, ਆਂਦੇ ਨੇ, ਉਹਨਾਂ ਦੇ ਹੱਥ ਦੇ ਵਿੱਚ ਇੱਕ ਲੋਟਾ ਹੁੰਦਾ ਹੈ। ਉਹ ਲੋਟੇ ਦਾ ਜਿਹੜਾ ਪਾਣੀ ਹੈ ਉਹ ਜਿਹਨੂੰ ਵੀ ਦਿੰਦੇ ਨੇ ਉਹ ਸ਼ਫਾ ਦੇ ਤੌਰ ਤੇ ਉਹਨੂੰ ਸ਼ਫਾ ਮਿਲ ਜਾਂਦੀ ਹੈ। ਇਹ ਬਾਬਾ ਜੀ ਦੀਆਂ ਕਈ ਕਰਾਮਾਤਾਂ ਨੇ ਜਿਹੜੀਆਂ ਮੈਂ ਦੱਸਣਾ ਚਾਹਾਂ ਤੇ ਮੈਨੂੰ ਜਿਹੜਾ ਹੈ ਬਹੁਤ ਟਾਈਮ ਲੱਗ ਜੇ। ਬਾਬਾ ਜੀ ਦਾ ਵਿਸਾਲ ਜਿਹੜਾ ਹੈ 15 ਸਨ 39 ਦੇ ਵਿੱਚ ਕਰਤਾਰਪੁਰ ਦੇ ਵਿੱਚ ਇਹਨਾਂ ਦਾ ਜਿੱਥੇ ਦਰਬਾਰ ਸੀ ਉੱਥੇ ਇੰਤਕਾਲ ਹੋ ਜਾਂਦਾ। ਹੁਣ ਨਾਜ਼ਰੀਨ, ਮੈਂ ਇੱਕ ਛੋਟੀ ਜੀ ਹੋਰ ਵੀ ਤੁਹਾਨੂੰ ਗੱਲ ਦੱਸਾਂ ਕਿ ਇਹਨਾਂ ਨੂੰ ਇਹਨਾਂ ਰਕਬਾ ਕਿਹਨੇ ਦਿੱਤਾ। ਇੱਕ ਬਲਾਰ ਪੱਟੀ ਸੀ ਨਨਕਾਣਾ ਸਾਹਿਬ ਦੇ ਵਿੱਚ, ਉਹੀ ਜਿਨ੍ਹਾਂ ਦੀ ਬਾਬਾ ਜੀ ਨੇ ਨੌਕਰੀ ਕੀਤੀ। ਉਹ ਬਾਬਾ ਜੀ ਦੀਆਂ ਬੜੀਆਂ ਕਰਮਾਤਾਂ ਦੇਖ ਕੇ, ਬਾਬਾ ਜੀ ਦੀ ਬਹੁਤ ਸਾਰੀਆਂ ਚੀਜ਼ਾਂ ਦੇਖ ਕੇ ਉਹ ਬੜਾ ਮੁਤਾਸਰ ਸੀ ਕਿ ਇਹ ਅੱਲਾ ਲੋਕ ਆਦਮੀ ਹੈ। ਤੇ ਇਹਨਾਂ ਨੂੰ ਜਿਹੜਾ ਨਾ ਉਹਨਾਂ ਨੇ ਮੁਤਾਸਰ ਹੋ ਕੇ 760 ਮਰਬੇ 19,000 ਏਕੜ ਜ਼ਮੀਨ ਦਿੱਤੀ। ਬਾਬਾ ਜੀ ਦੀਆਂ ਐਸੀਆਂ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਕਰਮਾਤਾਂ ਦੇਖੀਆਂ। ਉਹਨਾਂ ਦਾ ਰਾਏ ਭੱਟੀ ਉਹ ਹੈਗੇ ਸਨ ਤੇ ਲੋਧੀ ਖਾਨਦਾਨ ਦੇ ਨਾਲ ਉਹਨਾਂ ਦਾ ਤਲਕ ਸੀ। ਉਹਨਾਂ ਨੇ ਆਪਣਾ ਗਾਂव ਔਰ ਆਪਣਾ ਘਰ ਤੱਕ ਬਾਬਾ ਜੀ ਗੁਰੂ ਨਾਨਕ ਨੂੰ ਦੇ ਦਿੱਤਾ। ਯਾਨੀ ਕਿ ਆਪਣਾ ਜਿਹੜੇ ਗਾਂव ਦੇ ਵਿੱਚ ਰਹਿ ਰਹੇ ਸਨ ਬਲਾਰ ਪੱਟੀ ਸਾਹਿਬ, ਉਹ ਗਾਂव ਵੀ ਛੱਡ ਦਿੱਤਾ। ਜਿਹੜੀ ਜਗ੍ਹਾ ਤੇ ਆਪਣਾ ਬੱਚਿਆਂ ਤੇ ਆਪਣੇ ਵਾਸਤੇ ਬਿਹਤਰੀਨ ਰਹਿਸ਼ ਬਣਾਈ ਸੀ ਉਹ ਵੀ ਬਾਬਾ ਜੀ ਨੂੰ ਨਾਇਬ ਕਰ ਦਿੱਤੀ। ਕਰਕੇ 6-7 ਕਿਲੋਮੀਟਰ ਅੱਗੇ ਟਿੱਬਾ ਜਾਂ ਟਿੱਲਾ ਹੈ, ਉੱਥੇ ਜਾ ਕੇ ਇੱਕ ਗਾਂव ਬਣਾ ਲਿਆ ਬਲਾਰ ਪੱਟੀ ਸਾਹਿਬ ਨੇ ਔਰ ਉੱਥੇ ਆਬਾਦ ਹੋ ਗਏ। ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਬਾਬਾ ਜੀ ਦੇ ਗੁਰੂ ਨਾਨਕ ਦੇਵ ਸਾਹਿਬ ਦੇ ਨਾਵੇਂ ਕਰ ਦਿੱਤੇ। ਮੇਰੇ ਪੱਟੀ ਦੋਸਤ ਨੇ ਨਨਕਾਣਾ ਸਾਹਿਬ ਤੋਂ। ਮੈਂ ਨਾਜ਼ਰੀਨ ਅੱਜ ਤੁਹਾਨੂੰ ਇਹ ਵੀ ਦੱਸਾਂ, ਵਾਰ ਬਟਨ ਇੱਕ ਮੇਰਾ ਗਾਂव ਆ ਛੋਟਾ ਜਿਹਾ ਨਨਕਾਣਾ ਸਾਹਿਬ ਦੇ ਨਾਲ। ਮੇਰੇ ਦਾਦਾ ਜੀ, ਅਸੀਂ ਪਿੱਛੋਂ ਮਾਜਰ ਹੋ ਕੇ ਨਹੀਂ ਆਏ, ਅਸੀਂ ਉੱਥੋਂ ਦੇ ਰਹਿਣ ਵਾਲੇ ਸਰ। ਰਹੀਮ ਬਖਸ਼ ਉਹਨਾਂ ਦੇ ਨਾਮ ਤਾਂ ਲਾਲਾ ਸੁੰਦਰ ਦਾਸ, ਉੱਥੋਂ ਦੇ ਜਿਹੜੇ ਸਿੱਖ ਹਿੰਦੂ ਜਿਹੜੇ ਉੱਥੋਂ ਦੇ ਲੋਕ ਸਨ ਉਹਨਾਂ ਦੇ ਨਾਲ ਕੌਡੀ ਦੇ ਬੜੇ ਪਰੇ ਸੀ, ਬੜਾ ਉਹਨਾਂ ਦਾ ਨਾਮ ਸੀ ਵਾਰ ਬਟਨ ਦੇ ਵਿੱਚ। ਅਸੀਂ ਉੱਥੋਂ ਚੀਚਾ ਵਤਨੀ ਦੇ ਵਿੱਚ ਬਿਲੋਂਗ ਕਰਕੇ ਆ ਗਏ ਹਾਂ। ਮੈਂ ਉੱਥੋਂ ਦੀ ਹਿਸਟਰੀ ਜਾਣਦਾ। ਜਦੋਂ ਅਸੀਂ ਉੱਥੇ ਪੜ੍ਹਦੇ ਸੀ, ਮੈਂ ਥੋੜ੍ਹਾ ਜਿਹਾ ਅਰਸਾ ਗੁਰੂ ਨਾਨਕ ਕਾਲਜ ਵਿੱਚ ਵੀ ਪੜ੍ਹਦਾ ਰਿਹਾ, ਜਿਹੜਾ ਮਨਸੂਬ ਕੀਤਾ ਗਿਆ ਹੈ ਕਾਲਜ ਗੁਰੂ ਨਾਨਕ। ਉੱਥੇ ਮੁਸਲਮਾਨ ਵੀ ਪੜ੍ਹਦੇ ਨੇ, ਉੱਥੇ ਹਿੰਦੂ ਲੋਕ ਵੀ ਪੜ੍ਹਦੇ ਨੇ ਔਰ ਸਿੱਖ ਜਿਹੜੀਆਂ ਦੁਕਾਨਾਂ ਦੇ ਉਹਨਾਂ ਦੇ ਬੱਚੇ ਬੈਠੇ ਨੇ ਉਹ ਵੀ ਉੱਥੇ ਗੁਰੂ ਨਾਨਕ ਕਾਲਜ ਦੇ ਵਿੱਚ ਤਾਲੀਮ ਹਾਸਲ ਕਰਦੇ ਨੇ। ਬਿਨਾਂ ਤਫਰੀਕ ਹਰ ਬੰਦਾ ਉੱਥੇ ਜਾਂਦਾ ਹੈ। ਨਾਜ਼ਰੀਨ, ਮੈਂ ਤੁਹਾਨੂੰ ਇਹ ਸਿੱਖ ਹਿੰਦੂ ਬਹੁਤ ਸਾਰੇ ਲੋਕ ਨੇ ਜਿਹੜੇ ਨਨਕਾਣਾ ਸਾਹਿਬ ਦੇ ਵਿੱਚ ਉਹਨਾਂ ਦੀਆਂ ਦੁਕਾਨਾਂ ਨੇ, ਉਹ ਕਾਰੋਬਾਰ ਇੱਥੇ ਕਰ ਰਹੇ ਨੇ ਔਰ ਬਹੁਤ ਜ਼ਿਆਦਾ ਉਹਨਾਂ ਦੀ ਅਕਸਰੀਅਤ ਆ। ਜਿਵੇਂ ਸਾਡੇ ਬਾਜ਼ਾਰਾਂ ਦੇ ਵਿੱਚ ਅਸੀਂ ਮੁਸਲਮਾਨ ਕਾਰੋਬਾਰ ਕਰਦੇ, ਉੱਥੇ ਉਹਨਾਂ ਦੀਆਂ ਸਿੱਖਾਂ ਦੇ ਹਿੰਦੂਆਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਵੀ ਨੇ ਔਰ ਬਹੁਤ ਸਾਰਾ ਉੱਥੇ ਖੇਤੀਬਾੜੀ ਵੀ ਕਰਦੇ ਨੇ। ਜ਼ਮੀਨ ਜਿਹੜੀ ਉਹਨਾਂ ਨੇ ਲੀਜ਼ ਤੇ ਲਈ ਹੋਈ ਹੈ, ਉੱਥੇ ਖੇਤੀਬਾੜੀ ਕਰਦੇ। ਮੇਰੇ ਉੱਥੇ ਭੱਟੀ ਸਾਹਿਬ ਦੋਸਤ ਨੇ, ਉਹਨਾਂ ਦਾ ਵਿਜ਼ਿਟ ਹੋਣਾ ਹੋਇਆ ਚੰਡੀਗੜ੍ਹ ਦੇ। ਉਹ ਉੱਥੇ ਗਏ ਆਪਣੇ ਦੋਸਤਾਂ ਦੇ ਕੋਲ। ਉਹਨਾਂ ਦੋਸਤਾਂ ਨੇ ਬੜਾ ਇਸਤਕਬਾਲ ਕੀਤਾ, ਉਹਨਾਂ ਨੂੰ ਬੜਾ ਖਾਣਾ ਪ੍ਰੋਟੋਕੋਲ, ਬੜੀ ਇੱਜ਼ਤ ਦਿੱਤੀ, ਕਿਉਂਕਿ ਉਹਨਾਂ ਨੂੰ ਇਹ ਸੀ ਪਤਾ ਸਾਡੇ ਬਾਬਾ ਜੀ ਗੁਰੂ ਨਾਨਕ ਪੀਰੋ ਪੇਸ਼ਵਾ ਜਿਹੜੇ ਨੇ ਸਾਡੇ ਰੂਹਾਨੀ ਪੀਰੋ ਪੇਸ਼ਵਾ ਉੱਥੋਂ ਇਹ ਆਏ ਨੇ। ਉਹਨਾਂ ਨੇ ਬੜੀ ਯਾਨੀ ਕਿ ਇੱਜ਼ਤ ਕੀਤੀ ਕਿ ਸਾਡੇ ਬਾਬਾ ਜੀ ਦੇ ਗੁਰੂ ਤੋਂ ਆਏ ਨੇ। ਉਹਨਾਂ ਨੇ ਕੁਝ ਦਿਨ ਬਾਕੀ ਰਹਿ ਗਏ ਸੀ, ਉਹਨਾਂ ਨੇ ਬਾਜ਼ਾਰ ਸ਼ਾਪਿੰਗ ਕਰਨ ਦਾ ਇਰਾਦਾ ਕੀਤਾ। ਜਦੋਂ ਸ਼ਾਪਿੰਗ ਕਰਨ ਗਏ, ਇੱਕ ਸਿੱਖ ਦੀ ਦੁਕਾਨ ਤੇ ਗਏ, ਉਹਨਾਂ ਨੇ ਉਹਦਾ ਤਾਰਫ ਕਰਾਇਆ ਕਿ ਇਹ ਉਹ ਨੇ ਕਿ ਜਿਹੜੇ ਨਨਕਾਣਾ ਸਾਹਿਬ ਸਾਡੇ ਬਾਬਾ ਜੀ ਗੁਰੂ ਜੀ ਤੋਂ ਪੱਟੀ ਸਾਹਿਬ ਤੋਂ ਆਏ ਆ। ਉਹਨਾਂ ਕਿਹਾ ਜੀ ਪੱਟੀ ਸਾਹਿਬ ਜਿਹੜੇ ਨੇ ਬਲਾਰ ਪੱਟੀ ਸਾਹਿਬ, ਉਹਨਾਂ ਦੇ ਤੇ ਸਾਡੇ ਬਾਬਾ ਜੀ ਦੇ ਉੱਤੇ ਬੜੇ ਆਸਾਨ ਨੇ। ਯਾਨੀ ਕਿ ਉਹਨਾਂ ਨੇ 760 ਮਰਬੇ ਉਹਨਾਂ ਨੂੰ ਅਨਾਇਤ ਕੀਤੇ ਹੋਏ ਨੇ। ਉਹਨਾਂ ਨੇ 50-60 ਹਜ਼ਾਰ ਦੀ ਸ਼ਾਪਿੰਗ ਕੀਤੀ। ਉਹਨਾਂ ਨੇ ਸਿੱਖਾਂ ਨੇ
ਦੁਕਾਨ ਤੋਂ ਸਿੱਖ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨੇ ਕਿਹਾ ਅਸੀਂ ਨਹੀਂ ਪੈਸੇ ਲੈਣੇ। ਸਾਡੇ ਬਾਬਾ ਜੀ ਗੁਰੂ ਦੀ ਧਰਤੀ ਤੋਂ ਆਏ ਨੇ ਲੋਕ, ਇੰਨੀ ਯਾਨੀ ਕਿ ਗਲੇ ਲੱਗ ਕੇ ਰੋਣ ਲੱਗ ਪਏ, ਯਾਨੀ ਕਿ ਇੰਨੀ ਅਤਾਇਤ ਕਰਦੇ ਨੇ, ਇੱਜ਼ਤ ਕਰਦੇ ਨੇ, ਇਹਤਰਾਮ ਕਰਦੇ ਨੇ। ਉਹਨਾਂ ਨੇ ਆਖਿਆ ਕਿ ਨਹੀਂ ਜੀ ਅਸੀਂ ਸ਼ਾਪਿੰਗ ਬਹੁਤ ਜ਼ਿਆਦਾ ਕੀਤੀ ਹੈ, ਤੁਹਾਨੂੰ ਲਾਸ ਆਏਗਾ, ਪੈਸੇ ਲਓ। ਉਹਨਾਂ ਕਿਹਾ ਅਸੀਂ ਨਹੀਂ ਪੈਸੇ ਲੈਣੇ, ਪੈਸੇ ਇਹ ਸ਼ਰਤ 'ਤੇ ਲਾਂਗੇ ਸਾਡਾ ਉਹ ਗੱਲਾ ਪਿਆ ਹੋਇਆ ਹੈ, ਉੱਥੇ ਜਿਹੜੇ ਨੇ 500 ਤੋਂ ਜ਼ਿਆਦਾ ਤੁਸੀਂ ਉਸ ਗੱਲੇ ਦੇ ਵਿੱਚ ਲੰਗਰ ਨਹੀਂ ਪਾਓਗੇ, ਅਸੀਂ ਤਦ ਕਰਕੇ ਲਵਾਂਗੇ। ਯਾਨੀ ਕਿ ਉਹਨਾਂ ਨੇ ਇੰਨਾ ਇਹਤਰਾਮ ਇੱਜ਼ਤ ਕੀਤੀ। ਉਹਨਾਂ ਨੇ ਇਹ ਗੱਲ ਆਖੀ ਕਿ ਪੱਟੀ ਖਾਨਦਾਨ ਦੇ ਮਿਹਰਬਾਨੀਆਂ ਨੇ ਜਿਨ੍ਹਾਂ ਨੇ 760 ਮਰਬਾ 19,000 ਏਕੜ ਜ਼ਮੀਨ ਸਾਡੇ ਬਾਬਾ ਜੀ ਗੁਰੂ ਨਾਨਕ ਨੂੰ ਮੁੰਤਕਿਲ ਕੀਤੀ ਹੈ। ਤੇ ਸਾਡੇ ਕੋਲ ਤਾਂ ਜਿਹੜੀ ਹੈ ਜਗ੍ਹਾ ਹੀ ਨਹੀਂ ਤੁਹਾਡੇ ਕੋਲ ਬਿਠਾਉਣ ਜੋਗੀ ਭੱਟੀ ਸਾਹਿਬ। ਯਾਨੀ ਕਿ ਇਹ ਦੀਦ ਹੁੰਦੀ ਹੈ, ਇਹ ਪ੍ਰੀਤ ਹੁੰਦੀ ਹੈ। ਲਓ ਜੀ 1539 ਦੇ ਵਿੱਚ ਬਾਬਾ ਜੀ ਦਾ ਇੰਤਕਾਲ ਵਿਸਾਲ ਹੋ ਜਾਂਦਾ ਹੈ ਜੀ ਕਰਤਾਰਪੁਰ ਦੇ ਵਿੱਚ। ਉੱਥੇ ਜਿਹੜਾ ਹੈ ਹੁਣ ਮੁਸਲਮਾਨ ਜਿਹੜੇ ਨੇ ਤੇ ਹਿੰਦੂਆਂ ਦਾ ਫੱਡਾ ਪੈ ਜਾਂਦਾ ਹੈ। ਫੱਡਾ ਇਹ ਪੈ ਜਾਂਦਾ ਹੈ, ਉਹ ਮੁਸਲਮਾਨ ਜਿਹੜੇ ਫਾਲੋਅਰ ਨੇ ਉਹਨਾਂ ਦੇ ਬਾਬਾ ਜੀ ਦੇ, ਉਹ ਕਹਿਣ ਲੱਗੇ ਅਸੀਂ ਜਿਹੜਾ ਹੈ ਇਹਨਾਂ ਨੂੰ ਦਫਨਾਵਾਂਗੇ। ਮੁਸਲਮਾਨ ਸਨ ਬਾਬਾ ਜੀ, ਕਿਉਂਕਿ ਬਾਬਾ ਜੀ ਜਿਹੜੇ ਨੇ ਸ਼ਾਇਰੀ ਜਿਹੜੀ ਜਿੰਨੀ ਵੀ ਕੀਤੀ ਹੈ ਹਜ਼ੂਰ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ, ਮਤਲਬ ਬਹੁਤ ਅੱਛੇ ਬਿਆਨ ਉਹਨਾਂ ਦੇ ਯਾਨੀ ਕਿ ਸ਼ਾਇਰ ਉਹਨਾਂ ਦੇ ਉੱਤੇ ਬੋਲੇ ਨੇ ਉਹਨਾਂ ਨੇ। ਤੇ ਹੋਰ ਸਾਡੇ ਜਿਹੜੇ ਪੈਗੰਬਰਾਂ ਦੇ ਉੱਤੇ ਤੇ ਅੱਲਾਹ ਦੀ ਬਹੁਤ ਜ਼ਿਆਦਾ ਇਹਨਾਂ ਨੂੰ ਲੋਹ ਸੀ। ਅੱਲਾਹ ਤੇ ਅੱਲਾਹ ਦੇ ਰਸੂਲ ਤੋਂ ਹਟ ਕੇ ਬਾਬਾ ਜੀ ਗੱਲ ਹੀ ਕੋਈ ਨਹੀਂ ਸੀ ਕਰਦੇ। ਮੁਸਲਮਾਨਾਂ ਦਾ ਇਹ ਯਕੀਨ ਬਿਲਕੁਲ ਹੈਗਾ ਸੀ ਕਿ ਇਹ ਮੁਸਲਮਾਨ ਸਾਡੇ ਹੀ ਬਾਬਾ ਜੀ ਨੇ, ਸਾਡੇ ਹੀ ਇਹ ਯਾਨੀ ਕਿ ਜਿਹੜੇ ਮਲੰਗ, ਇਹਨਾਂ ਦੀ ਜਿਹੜੀ ਇਹ ਹਿਸਟਰੀ ਇਦਾਂ ਦੀ ਹੈ। ਆਪਣੇ ਦੋਸਤ ਜਿਹੜੇ ਤੁਹਾਨੂੰ ਉਹਨਾਂ ਦੇ ਦੱਸੇ ਨੇ, ਬਾਬਾ ਜੀ ਜਿਹੜੇ ਮਰਦਾਨਾ ਦੋਸਤ, ਜਿਹੜਾ ਦੂਸਰਾ ਦੋਸਤ ਸੀ ਉਹਨਾਂ ਦੇ ਨਾਲ ਅਕਸਰ ਜਿਹੜੇ ਨੇ ਮਾਲਾ ਜੀ ਦੇ ਨਾਲ, ਤੇ ਬਾਬਾ ਜੀ ਅਕਸਰ ਬੜੀ ਬੜੀ ਦੂਰ ਨਿਕਲ ਜਾਂਦੇ थे। ਦਰਵੇਸ਼ੀ ਜ਼ਿੰਦਗੀ ਇਹਨਾਂ ਨੇ ਇਖਤਿਆਰ ਕੀਤੀ, ਕੋਈ ਇਹਨਾਂ ਨੇ ਪ੍ਰੋਟੋਕੋਲ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਤੇ ਅੱਲਾਹ ਦੇ ਰਸੂਲ ਦੀਆਂ ਗੱਲਾਂ ਤੇ ਮਾਰਫਤ ਦੀਆਂ ਗੱਲਾਂ ਕਰਦੇ ਹੀ ਦੁਨੀਆ ਤੋਂ ਚਲੇ ਗਏ। ਜਦੋਂ ਵਿਸਾਲ ਹੋ ਗਿਆ, ਫੱਡਾ ਪੈ ਗਿਆ, ਉੱਥੇ ਜਿਹੜੇ ਨਾਲ ਮੁਤਬਰ ਲੋਕਾਂ ਨੇ ਇਹ ਆਖਿਆ ਕਿ ਇਸ ਤਰ੍ਹਾਂ ਕਰੋ ਕਿ ਇਹਨਾਂ ਦੀ ਮੁਸਲਮਾਨ ਵੀ ਜਿਹੜਾ ਤਾਜ਼ੇ ਫੁੱਲ ਜਿਹੜੇ ਲਿਆ ਕੇ ਉਹ ਵੀ ਰੱਖ ਦੇਣ ਤੇ ਹਿੰਦੂ ਲੋਕ ਵੀ ਰੱਖ ਦੇਣ। ਅਗਰ ਸੁਬਹ ਤੱਕ ਬਾਬਾ ਦੀ ਮਈਅਤ ਤੇ ਫੁੱਲ ਜਿੰਦੇ ਮਰਜਾ ਗਏ, ਉਹ ਬਾਬਾ ਜੀ ਦੀ ਮਈਅਤ ਨਹੀਂ ਲੈ ਕੇ ਜਾਏਗਾ। ਜਿੰਦੇ ਤਰੋ ਤਾਜ਼ਾ ਫੁੱਲ ਰਹੇ ਉਹ ਬਾਬਾ ਜੀ ਦੀ ਮਈਅਤ ਲੈ ਜਾਏਗਾ। ਜਦੋਂ ਸੁਬਹ ਵਕਤ ਹੋਇਆ, ਜਦੋਂ ਯਾਨੀ ਕਿ ਉਠਾਇਆ ਗਿਆ, ਕਪੜਾ ਉਠਾ ਕੇ ਦੇਖਿਆ ਗਿਆ, ਫੁੱਲ ਦੋਨਾਂ ਦੇ ਜਿਹੜੇ ਸਨ ਤਾਜ਼ਾ ਤਰੋ ਤਾਜ਼ਾ ਹੀ ਸਨ, ਲੇਕਿਨ ਬਾਬਾ ਜੀ ਮੌਜੂਦ ਕੋਈ ਨਹੀਂ ਸੀ। ਉਹਨਾਂ ਨੇ ਜਿਹੜਾ ਮੈਂ ਪਿੱਛੇ ਜ਼ਿਕਰ ਕੀਤਾ ਸ੍ਰੀਲੰਕਾ ਜਾਂ ਬਗਦਾਦ ਜਾਂ ਮੁਖਤਲਿਫ ਜ਼ਿਆਰਤਾਂ ਤੇ ਗਏ, ਉੱਥੋਂ ਬਾਬਾ ਜੀ ਨੇ ਇੱਕ ਜੁੱਬਾ ਮਿਲਿਆ ਸੀ, ਉਹਦੇ ਉੱਤੇ ਆਇਤਾਂ ਲਿਖੀਆਂ ਸੀ, ਸੂਰਤਾਂ ਲਿਖੀਆਂ ਸਨ। ਇਹਨਾਂ ਨੇ ਹਿੰਦੂਆਂ ਨੇ ਕਰਤਾਰਪੁਰ ਉੱਥੇ ਦਰਬਾਰ ਦੇ ਉੱਤੇ ਬਾਬਾ ਜੀ ਦੀ ਜਾਣੀ ਕਿ ਉੱਥੇ ਜਿਹੜੇ ਕੁਰਤਾ ਸੀ, ਕੁਝ ਚੀਜ਼ਾਂ ਸਨ ਜਿਹੜੀਆਂ, ਉਹੀ ਕਰਕੇ ਦਰਬਾਰ ਬਣਾ ਦਿੱਤਾ ਜੀ। ਅੱਜ ਸਿੱਖ ਉੱਥੇ ਆਉਂਦੇ ਨੇ, ਨਨਕਾਣਾ ਸਾਹਿਬ ਜ਼ਿਆਰਤ ਕਰਨ ਆਉਂਦੇ ਨੇ। ਤੇ ਹੁਣ ਜਿਹੜਾ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਿਆ ਸੀ ਕਿ ਬਾਬਾ ਜੀ ਦੀ ਮਈਅਤ ਕੌਣ ਲੈ ਗਿਆ, ਇੱਕ ਰਵਾਇਤ ਦੇ ਵਿੱਚ ਇਹ ਆਉਂਦਾ ਹੈ ਬਾਬਾ ਜੀ ਦੀ ਮਈਅਤ ਜਿਹੜੀ ਹੈ ਮੁਸਲਮਾਨ ਉਦੋਂ ਇੱਥੇ ਪਾਵਰ ਦੇ ਵਿੱਚ ਸਨ, ਬਹੁਤ ਜ਼ਿਆਦਾ ਅਕਸਰੀਅਤ ਹੈ। ਬਾਬਾ ਦੀ ਜਿਹੜੀ ਮਈਅਤ ਹੈ ਉਹ ਮੁਸਲਮਾਨ ਕੱਢ ਕੇ ਲਿਜਾ ਕੇ ਉਹਨਾਂ ਨੇ ਇੱਕ ਗੁੰਮਨਾਮ ਜਗ੍ਹਾ ਦੇ ਉੱਤੇ ਜਾ ਕੇ ਦਫਨ ਕਰ ਦਿੱਤੀ, ਕਿਉਂਕਿ ਉਹ ਉਸ ਵਕਤ ਦੇ ਮੁਸਲਮਾਨ ਪਾਵਰ ਹੀ ਸਨ। ਤਾਂ ਦਾਅਵਾ ਕਰਦੇ ਸਨ ਕਿ ਬਾਬਾ ਜੀ ਇਹ ਸਾਡੇ ਹੀ ਬਜ਼ੁਰਗ ਨੇ ਤੇ ਇਹਨਾਂ ਨੂੰ ਅਸੀਂ ਜਲਾਨ ਨਹੀਂ ਦਿਆਂਗੇ ਹਿੰਦੂਆਂ ਨੂੰ। ਲਓ ਜੀ ਅੱਜ ਦਾ ਇਹ ਵਿਲਾਗ ਸੀ। ਮੇਰਾ ਖਿਆਲ ਹੈ ਕਿ ਜਿਹਨੂੰ ਵੀ ਅੱਛਾ ਲੱਗੇ, ਬਕਾਇਆ ਜਿਹੜਾ ਪਾਰਟ 2 ਮੈਂ ਬਾਅਦ ਵਿੱਚ ਤੁਹਾਨੂੰ ਇਹ ਦੱਸਾਂਗਾ, ਕਿਉਂਕਿ ਰੋਜ਼ੇ ਦਾ ਟਾਈਮ ਹੀ ਇੰਨਾ ਬੋਲਿਆ ਜਾਂਦਾ ਨਹੀਂ ਪਿਆ। ਲੇਕਿਨ ਅੱਜ ਮੈਂ ਇਹ ਕਿਸੇ ਦੇ ਕਹਿਣ ਦੇ ਉੱਤੇ ਬਾਬਾ ਗੁਰੂ ਨਾਨਕ ਦੇ ਬਜ਼ੁਰਗਾਂ ਦੇ ਉੱਤੇ ਇਹ ਵਿਲਾਗ ਕੀਤਾ, ਇੰਨੀ ਕੁ ਹਿਸਟਰੀ ਦੱਸੀ। ਮੈਂ ਨੈਕਸਟ ਜਿਹੜੀ ਹਿਸਟਰੀ ਹੈ ਮੇਰੇ ਕੋਲ ਇੰਨੀ ਹੈਗੀ, ਮੈਂ ਘੰਟਿਆਂ ਦੇ ਹਿਸਾਬ ਨਾਲ ਦੱਸਾਂ ਤੇ ਬਾਬੇ ਦੀਆਂ ਜਿਹੜੀਆਂ ਨੇ ਕਰਮਾਤਾਂ ਮੈਂ ਤੁਹਾਨੂੰ ਬਿਆਨ ਹੀ ਕਰਦਾ ਚੱਲਾਂ, ਕਿਉਂਕਿ ਮੈਂ ਉੱਥੇ ਇਲਾਕੇ ਦੇ ਅਸੀਂ ਰਹਿਣ ਵਾਲੇ ਹਾਂ। ਸਾਨੂੰ ਬਾਬਾ ਜੀ ਦੀ ਨਿੱਕੀ ਨਿੱਕੀ ਗੱਲ ਦਾ ਪਤਾ, ਉੱਥੇ ਕਿਹੜੇ ਕਿਹੜੇ ਹੁਣ ਵੀ ਅੱਜ ਉੱਥੇ ਦਰਬਾਰ ਹੈਗੇ ਨੇ, ਤੇ ਬਾਬਾ ਜੀ ਦੇ ਕਿੰਨੇ ਬੱਚੇ ਸਨ। ਬਾਬਾ ਜੀ ਦੇ 2 ਬੇਟੇ ਸਨ ਜਦੋਂ ਸ਼ਾਦੀ ਹੋਈ, ਤੇ ਇਹੋ ਜਿਹੀਆਂ ਚੀਜ਼ਾਂ ਮੈਂ ਕਈ ਤੁਹਾਨੂੰ ਦੱਸ ਸਕਦਾ। ਤੇ ਤਾਰੀਖ ਨਾਲ ਮੈਂ ਉਹ ਕਾਫੀ ਸਾਰੀ ਤਾਰੀਖ ਜਾਣਦਾ, ਲੇਕਿਨ ਮੈਨੂੰ ਹੁਣ ਦਿਓ ਇਜਾਜ਼ਤ। ਮੈਂ ਹਮੇਸ਼ਾ ਦੀ ਤਰ੍ਹਾਂ ਇਜਾਜ਼ਤ ਚਾਹਾਂਗਾ। ਆਪਣਾ ਔਰ ਆਪਣਿਆਂ ਦਾ ਖਿਆਲ ਰੱਖਣਾ। ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ।